ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਮਾਜਿਕ ਸਿੱਖਿਆ ਦੀ ਪੈਡਾਗੋਗੀ ਅਤੇ ਇਸ ਦੇ ਨਾਲ ਹੋਰ ਜਿਹੜੇ ਮਹੱਤਵਪੂਰਨ ਟੌਪਿਕ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਤੁਸੀਂ ਜਿਹੜੇ ਵੀ ਕੁਐਸਚਨ ਅਸੀਂ ਡਿਸਕਸ ਕਰ ਰਹੇ ਹਾਂ ਉਹਨਾਂ ਦੇ ਟੌਪਿਕਸ ਜ਼ਰੂਰ ਨੋਟ ਕਰਨਾ। ਚਲੋ ਸ਼ੁਰੂ ਕਰਦੇ ਹਾਂ ਜੀ। ਵੀਡੀਓ ਵਿੱਚ ਦਿੱਤੇ ਕੁਐਸਚਨਾਂ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਹਨਾਂ ਵਿੱਚੋਂ ਕੁਝ ਕੁਐਸਚਨ ਜਿਹੜੇ ਨੇ ਤੁਹਾਨੂੰ ਲੱਗਣਗੇ ਕਿ ਇਹ ਥੋੜੇ ਕਨਫਿਊਜ਼ਿੰਗ ਨੇ। ਤੁਸੀਂ ਆਪਣੀ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਜਿਹੜਾ ਇੰਗਲਿਸ਼ ਪੋਰਸ਼ਨ ਹੈ ਉਹਨੂੰ ਵੀ ਪੜ੍ਹ ਲੈਣਾ, ਕਿਉਂਕਿ ਪੈਡਾਗੋਗੀ ਦੇ ਕੁਐਸਚਨ ਹੁੰਦੇ ਤਾਂ ਸੌਖੇ ਨੇ ਪਰ ਵਿਦਿਆਰਥੀ ਜਿਹੜਾ ਹੈ ਉਹ ਪੇਪਰ ਕਰਨ ਵੇਲੇ ਉਹਨਾਂ 'ਚ ਉਲਝ ਜਾਂਦਾ। ਇਹਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਕੁਐਸਚਨ ਹੈਗੇ ਆ ਜਿਹੜੇ ਤੁਹਾਨੂੰ ਪੁਰਾਣੇ ਪੇਪਰਾਂ 'ਚ ਮਿਲਦੇ ਆ ਉਹਨਾਂ ਨੂੰ ਜ਼ਰੂਰ ਪੜ੍ਹੋ ਤੇ ਉਹਨਾਂ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਆਈਡੀਆ ਲੱਗ ਸਕੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਪੈਡਾਗੋਗੀ ਦੇ ਵਿੱਚ ਆਉਂਦੇ ਨੇ। ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਆ ਜੀ। ਤੁਸੀਂ ਕਲਾਸ ਵਿੱਚ ਵਿਸ਼ਾ ਵਿਭਿੰਨਤਾ ਤੇ ਸਮਾਨਤਾ ਡਾਇਵਰਸਿਟੀ ਐਂਡ ਇਕੁਅਲਿਟੀ ਸਿਖਾਉਣ ਦੀ ਯੋਜਨਾ ਬਣਾ ਰਹੇ ਹੋ। ਤੁਸੀਂ ਵਿਚਾਰ ਵਟਾਂਦਰੇ ਲਈ ਡਿਸਕਸ਼ਨ ਦੇ ਲਈ ਕੇਸ ਸਟੱਡੀ ਦੇ ਕੇ ਜਾਂਚ ਕਰਨਾ ਚਾਹੁੰਦੇ ਹੋ ਕਿ ਕੀ ਵਿਦਿਆਰਥੀਆਂ ਨੇ ਸੰਕਲਪਾਂ ਨੂੰ ਸਮਝ ਲਿਆ ਹੈ। ਇੱਕ ਮੁਲਾਂਕਣ ਵਜੋਂ ਤੁਸੀਂ ਜੋ ਮਾਪ ਰਹੇ ਹੋ ਉਹ ਕੀ ਹੈ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇੰਗਲਿਸ਼ ਦੇ ਵਿੱਚ ਪੜ੍ਹੋਗੇ ਤੁਹਾਨੂੰ ਸੌਖੇ ਲੱਗਣਗੇ। ਜਿਵੇਂ ਆਪਾਂ ਦੱਸਣਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਤੇ ਕਲਾਸ ਦੇ ਵਿੱਚ ਜਿਹੜਾ ਡਿਸਕਸ਼ਨ ਹੋ ਰਹੀ ਹੈ ਕੇਸ ਸਟੱਡੀ ਦੇ ਉੱਪਰ, ਉਹਦੇ ਵਿੱਚ ਤੁਸੀਂ ਟੌਪਿਕ ਪੜ੍ਹ ਰਹੇ ਹੋ ਡਾਇਵਰਸਿਟੀ ਤੇ ਇਕੁਐਲਿਟੀ। ਇਹ ਜਿਹੜੀਆਂ ਚਾਰ ਆਪਸ਼ਨ ਦਿੱਤੇ ਨੇ ਇਹਨਾਂ ਵਿੱਚੋਂ ਕਿਹੜੀ ਆਪਾਂ ਮੁਲਾਂਕਣ ਕਰ ਰਹੇ ਹਾਂ ਜਾਂ ਕਿਹੜੀ ਅਸੈਸਮੈਂਟ ਕਰ ਰਹੇ ਹਾਂ। ਆਪਸ਼ਨ ਹਨ ਫਾਰਮੈਟਿਵ ਅਸੈਸਮੈਂਟ, ਸਮੈਟਿਵ ਅਸੈਸਮੈਂਟ, ਡਾਇਗਨੋਸਟਿਕ ਅਸੈਸਮੈਂਟ ਤੇ ਪੋਰਟਫੋਲੀਓ ਅਸੈਸਮੈਂਟ। ਇਹ ਜਿਹੜੀਆਂ ਅਸੈਸਮੈਂਟ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਜਿਹੜੀ ਡਾਇਗਨੋਸਟਿਕ ਅਸੈਸਮੈਂਟ ਹੈ ਇਹ ਬਿਫੋਰ ਲਰਨਿੰਗ ਹੁੰਦੀ ਹੈ, ਫਾਰਮੈਟਿਵ ਅਸੈਸਮੈਂਟ ਜਿਹੜੀ ਹੈ ਡਿਊਰਿੰਗ ਲਰਨਿੰਗ ਹੁੰਦੀ ਹੈ ਤੇ ਸਮੈਟਿਵ ਅਸੈਸਮੈਂਟ ਜਿਹੜੀ ਹੈ ਉਹ ਆਫਟਰ ਲਰਨਿੰਗ ਹੁੰਦੀ ਹੈ। ਪੋਰਟਫੋਲੀਓ ਅਸੈਸਮੈਂਟ ਇੱਕ ਖਾਸ ਤਰ੍ਹਾਂ ਦੀ ਪਰਫਾਰਮੈਂਸ ਅਸੈਸਮੈਂਟ ਹੈ ਜਿਸ ਵਿੱਚ ਇੱਕ ਨਿਸ਼ਚਿਤ ਸਮੇਂ ਦੌਰਾਨ ਵਿਦਿਆਰਥੀ ਦੇ ਕੀਤੇ ਕੰਮ ਨੂੰ ਇੱਕ ਸਪੈਸੀਫਿਕ ਗਾਈਡਲਾਈਨ ਦੁਆਰਾ ਇਕੱਠਾ ਕੀਤਾ ਜਾਂਦਾ ਹੈ। ਹੁਣ ਇੱਥੇ ਇੱਕ ਕੇਸ ਸਟੱਡੀ ਦੇ ਕੇ ਉਹਦੇ ਉੱਪਰ ਡਿਸਕਸ਼ਨ ਚੱਲ ਰਹੀ ਹੈ। ਇਹ ਜਿਹੜੇ ਰੋਲ ਪਲੇ ਜਾਂ ਡਿਸਕਸ਼ਨ ਵਾਲੇ ਜਿਹੜੇ ਜਾਂ ਗਰੁੱਪ ਵਰਕ ਜਿਹੜਾ ਜਾਂ ਡਿਬੇਟ ਜਿਹੜੇ ਨੇ ਇਹ ਸਾਰੇ ਜਿਹੜੇ ਫਾਰਮੈਟਿਵ ਅਸੈਸਮੈਂਟ ਦੇ ਵਿੱਚ ਆਉਂਦੇ ਨੇ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਫਾਰਮੈਟਿਵ ਅਸੈਸਮੈਂਟ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ। ਸ਼ਿਕਾਰੀ ਅਤੇ ਭੋਜਨ ਇਕੱਠਾ ਕਰਨ ਵਾਲਾ ਮਨੁੱਖ ਹੰਟਰ ਗੈਦਰਰ ਥਾਂ ਤੇ ਘੁੰਮਦਾ ਸੀ। ਇਹ ਵਰਤਮਾਨ ਵਿੱਚ ਸਾਡੇ ਘੁੰਮਣ ਫਿਰਨ ਦੇ ਕਾਰਨਾਂ ਦੇ ਸਮਾਨ ਜਾਂ ਵੱਖਰਾ ਕਿਵੇਂ ਹੈ। ਇਹ ਸਵਾਲ ਵਿਦਿਆਰਥੀ ਦੀ ਡੈਸ਼ ਦੀ ਯੋਗਤਾ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਅਸੀਂ ਦੱਸਣਾ ਹੈ ਕਿ ਵਿਦਿਆਰਥੀ ਇਸ ਕੁਐਸਚਨ ਨੂੰ ਕਿਵੇਂ ਅਟੈਂਪਟ ਕਰਦਾ ਹੈ। ਉਹਦੇ ਵਿੱਚ ਆਪਾਂ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਵਿਦਿਆਰਥੀ ਦਾ ਕੀ ਮੁਲਾਂਕਣ ਕਰ ਰਹੇ ਹਾਂ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਰੀਜਨ ਐਂਡ ਕੰਟਰਾਸਟ ਐਕਸਪੀਰੀਅੰਸ, ਕਿਉਂਕਿ ਇੱਥੇ ਦਿੱਤੇ ਹੋਏ ਕੇਸਾਂ ਵਿੱਚ ਦੋਨਾਂ ਦੇ ਘੁੰਮਣ ਫਿਰਨ ਦੇ ਕਾਰਨ ਵੱਖੋ ਵੱਖਰੇ ਨੇ ਤੇ ਇੱਕ ਦੂਜੇ ਤੋਂ ਲਗਭਗ ਉਲਟੇ ਨੇ। ਪਹਿਲਾ ਆਪਸ਼ਨ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਹੇਠ ਦਿੱਤੇ ਪਹਿਲੂਆਂ ਵਿੱਚੋਂ ਕਿਹੜੇ ਪਹਿਲੂਆਂ ਨੂੰ ਬੱਚਿਆਂ ਦੇ ਮੁਫਤ ਅਤੇ ਲਾਜ਼ਮੀ ਸਿੱਖਿਆ ਐਕਟ 2009 ਦੇ ਅਧਿਕਾਰ ਵਿੱਚ ਵਿਕਾਸ ਪ੍ਰਕਿਰਿਆਵਾਂ ਨੂੰ ਤਿਆਰ ਕਰਨ ਲਈ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ। A, B, C ਤੇ D ਸਾਡੇ ਕੋਲ 4 ਪਹਿਲੂ ਦੱਸੇ ਗਏ ਨੇ। ਇਹਨਾਂ ਵਿੱਚ ਦੱਸਣਾ ਕਿ ਕਿਹੜਾ ਪਹਿਲੂ ਇਹਦੇ ਵਿੱਚ ਨਹੀਂ ਦੱਸਿਆ ਗਿਆ। ਇਹਨਾਂ ਚਾਰਾਂ ਨੂੰ ਤੁਸੀਂ ਪੜ੍ਹ ਸਕਦੇ ਹੋ। ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਦੇ ਵਿੱਚ ਇਹ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਜੀ C, D ਤੇ G ਪੁਆਇੰਟ, ਇਹ ਉਹੀ ਪੁਆਇੰਟ ਨੇ ਜਿਹੜੇ ਪ੍ਰਸ਼ਨ ਦੇ ਵਿੱਚ A, B ਤੇ C ਪੁਆਇੰਟ ਦਿੱਤੇ ਨੇ। ਇਹਦਾ ਸਹੀ ਜਵਾਬ ਬਣੇਗਾ ਜੀ ਪਹਿਲਾ ਆਪਸ਼ਨ A, B ਐਂਡ C। ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਇਸ ਐਕਟ ਦੀ ਹੈ ਜਿਹੜੀ ਕਟਿੰਗ ਹੈ ਇਹਦੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਅਗਲਾ ਪ੍ਰਸ਼ਨ ਹੈ ਜੀ। ਸਮਾਜਿਕ ਵਿਗਿਆਨ ਵਿੱਚ ਮੁਲਾਂਕਣ ਦੇ ਮੁੱਖ ਉਦੇਸ਼ਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ। A, B, C ਤੇ D 4 ਉਦੇਸ਼ ਸਾਨੂੰ ਦਿੱਤੇ ਨੇ। ਆਪਾਂ ਦੱਸਣਾ ਨੇ ਇਹਨਾਂ ਵਿੱਚੋਂ ਕਿਹੜੇ ਉਦੇਸ਼ ਸਹੀ ਨੇ। ਸਿਲੇਬਸ ਨੂੰ ਪੂਰਾ ਕਰਨ ਲਈ, ਵਿਦਿਆਰਥੀਆਂ ਨੂੰ ਲਗਾਤਾਰ ਫੀਡਬੈਕ ਪ੍ਰਦਾਨ ਕਰਨ ਲਈ, ਵਿਦਿਆਰਥੀਆਂ ਦੇ ਗਿਆਨ ਅਤੇ ਯੋਗਤਾਵਾਂ ਦਾ ਪਤਾ ਲਗਾਉਣ ਲਈ ਜਾਂ ਸਿੱਖਿਆ ਸ਼ਾਸਤਰੀ ਰਣਨੀਤੀਆਂ ਨੂੰ ਵਧਾਉਣ ਲਈ। ਤੁਸੀਂ ਇੰਗਲਿਸ਼ ਵਾਲੇ ਆਪਸ਼ਨ ਵੀ ਪੜ੍ਹ ਸਕਦੇ ਹੋ। ਹਾਂਜੀ, ਸਿਲੇਬਸ ਨੂੰ ਪੂਰਾ ਕਰਨਾ ਹੀ ਸਮਾਜਿਕ ਵਿਗਿਆਨ ਵਿੱਚ ਮੁਲਾਂਕਣ ਦਾ ਮੁੱਖ ਉਦੇਸ਼ ਨਹੀਂ ਹੈ। ਬਾਕੀ ਜਿਹੜੇ ਨੇ ਵਿਦਿਆਰਥੀਆਂ ਨੂੰ ਲਗਾਤਾਰ ਫੀਡਬੈਕ ਦੇਣਾ ਇਹ ਵੀ ਬਿਲਕੁਲ ਸਹੀ ਹੈ। ਵਿਦਿਆਰਥੀਆਂ ਦੇ ਗਿਆਨ ਅਤੇ ਯੋਗਤਾਵਾਂ ਦਾ ਪਤਾ ਲਗਾਉਣਾ ਇਹ ਵੀ ਸਹੀ ਹੈ। ਸਿੱਖਿਆ ਸ਼ਾਸਤਰੀ ਪੈਡਾਗੋਗਿਕਲ ਸਟ੍ਰੈਟਜੀਜ਼ ਨੂੰ ਵਧਾਉਣਾ। B, C ਤੇ D ਇਹ ਤਿੰਨੋਂ ਸਹੀ ਨੇ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਦੂਸਰਾ ਆਪਸ਼ਨ B, C ਐਂਡ D। ਅਗਲਾ ਪ੍ਰਸ਼ਨ ਹੈ ਜੀ। ਨਿਮਨਲਿਖਤ ਵਿੱਚ ਕਿਹੜਾ ਮੁਲਾਂਕਣ ਅਭਿਆਸ ਵਿਦਿਆਰਥੀਆਂ ਨੂੰ ਉਹਨਾਂ ਦੀ ਆਪਣੀ ਸਿੱਖਿਆ ਮੁਲਾਂਕਣ ਅਤੇ ਰਿਕਾਰਡ ਕਰਨ ਦੀ ਗੁੰਜਾਇਸ਼ ਪ੍ਰਦਾਨ ਕਰਦਾ ਹੈ। ਆਪਸ਼ਨ ਹਨ ਸਿੱਖਣ ਲਈ ਮੁਲਾਂਕਣ ਯਾਨੀ ਕਿ ਅਸੈਸਮੈਂਟ ਫਾਰ ਲਰਨਿੰਗ, ਸਿੱਖਣ ਦੇ ਤੌਰ ਤੇ ਮੁਲਾਂਕਣ ਯਾਨੀ ਕਿ ਅਸੈਸਮੈਂਟ ਐਜ਼ ਲਰਨਿੰਗ, ਸਿੱਖਣ ਦਾ ਮੁਲਾਂਕਣ ਯਾਨੀ ਕਿ ਅਸੈਸਮੈਂਟ ਆਫ ਲਰਨਿੰਗ ਜਾਂ ਸੰਖੇਪ ਮੁਲਾਂਕਣ ਯਾਨੀ ਕਿ ਸਮੈਟਿਵ ਅਸੈਸਮੈਂਟ। ਸਿੱਖਣ ਦੇ ਤੌਰ ਤੇ ਮੁਲਾਂਕਣ ਜਿਸ ਨੂੰ ਅਸੀਂ ਅਸੈਸਮੈਂਟ ਐਜ਼ ਲਰਨਿੰਗ ਵੀ ਆਖਦੇ ਹਾਂ, ਇਹਦੇ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿੱਥੇ ਉਹ ਆਪਣੀ ਪ੍ਰਗਤੀ ਦੀ ਆਪਣੀ ਪ੍ਰੋਗਰੈਸ ਦੀ ਨਿਗਰਾਨੀ ਕਰਦੇ ਹਨ ਅਤੇ ਆਪਣੇ ਹੁਨਰ ਦਾ ਅਭਿਆਸ ਪ੍ਰੈਕਟਿਸ ਕਰਦੇ ਹਨ।
ਇਸ ਸਵਾਲ ਦਾ ਸਹੀ ਜਵਾਬ ਹੋਵੇਗਾ ਅਸੈਸਮੈਂਟ ਐਜ਼ ਲਰਨਿੰਗ। ਸਿੱਖਣ ਦਾ ਮੁਲਾਂਕਣ ਯਾਨੀ ਕਿ ਸਿੱਖਣ ਦੇ ਟੀਚਿਆਂ ਤੇ ਮਿਆਰਾਂ ਦੇ ਵਿਰੁੱਧ ਵਿਦਿਆਰਥੀਆਂ ਦੀ ਪ੍ਰਾਪਤੀ ਦਾ ਜਿਹਦੇ ਵਿੱਚ ਮੁਲਾਂਕਣ ਕੀਤਾ ਜਾਂਦਾ ਹੈ ਉਹ ਹੁੰਦਾ ਹੈ ਅਸੈਸਮੈਂਟ ਆਫ ਲਰਨਿੰਗ। ਤੇ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਅਸੈਸਮੈਂਟ ਐਜ਼ ਲਰਨਿੰਗ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਪ੍ਰੋਜੈਕਟ ਵਿਧੀ ਦਾ ਪਹਿਲਾ ਕਦਮ ਕੀ ਹੈ? ਆਪਸ਼ਨ ਹਨ ਯੋਜਨਾਬੰਦੀ, ਪ੍ਰੋਜੈਕਟ ਦੀ ਚੋਣ, ਸਥਿਤੀ ਬਣਾਉਣਾ ਜਾਂ ਚਲਾਉਣਾ। ਇੰਗਲਿਸ਼ ਦੇ ਵਿੱਚ ਹੈ ਜੀ ਪਲੈਨਿੰਗ, ਸਿਲੈਕਸ਼ਨ ਆਫ ਦਾ ਪ੍ਰੋਜੈਕਟ, ਕ੍ਰੀਏਟਿੰਗ ਦਾ ਸਿਚੁਏਸ਼ਨ ਜਾਂ ਐਗਜ਼ੀਕਿਊਸ਼ਨ। ਸਭ ਤੋਂ ਪਹਿਲਾ ਸਟੈਪ ਹੈ ਇਹਦਾ ਪ੍ਰੋਵਾਈਡਿੰਗ ਏ ਸਿਚੁਏਸ਼ਨ ਜਾਂ ਕਹਿ ਸਕਦੇ ਹਾਂ ਸਥਿਤੀ ਬਣਾਉਣਾ, ਕ੍ਰੀਏਟਿੰਗ ਏ ਸਿਚੁਏਸ਼ਨ। ਦੂਸਰਾ ਸਟੈਪ ਹੈ ਸਿਲੈਕਟਿੰਗ ਐਂਡ ਪ੍ਰਪੋਜ਼ਿੰਗ ਆਫ ਦਾ ਪ੍ਰੋਜੈਕਟ ਜਾਂ ਕਹਿ ਲਓ ਪ੍ਰੋਜੈਕਟ ਦੀ ਚੋਣ। ਤੀਸਰਾ ਹੈ ਯੋਜਨਾਬੰਦੀ ਜਾਂ ਪਲੈਨਿੰਗ ਆਫ ਦਾ ਪ੍ਰੋਜੈਕਟ ਤੇ ਚੌਥਾ ਹੈ ਐਗਜ਼ੀਕਿਊਟਿੰਗ ਦਾ ਪ੍ਰੋਜੈਕਟ ਜਾਂ ਪ੍ਰੋਜੈਕਟ ਨੂੰ ਚਲਾਉਣਾ। ਉਸ ਤੋਂ ਬਾਅਦ ਇਵੈਲੂਏਸ਼ਨ ਕਰਨੀ ਤੇ ਉਸ ਤੋਂ ਬਾਅਦ ਇਹਦੀ ਰਿਕਾਰਡਿੰਗ ਕਰਨੀ। ਇਹ ਇਹਦੇ 6 ਸਟੈਪ ਨੇ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਪ੍ਰੋਜੈਕਟ ਵਿਧੀ ਦਾ ਸਭ ਤੋਂ ਪਹਿਲਾ ਕਦਮ ਹੈ ਸਥਿਤੀ ਬਣਾਉਣਾ ਜਾਂ ਕ੍ਰੀਏਟਿੰਗ ਏ ਸਿਚੁਏਸ਼ਨ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ। ਇੱਕ ਸਮਾਜਿਕ ਵਿਗਿਆਨ ਅਧਿਆਪਕ ਵਿਦਿਆਰਥੀਆਂ ਨੂੰ ਅਰਬਨ ਸ਼ਹਿਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਅਖਬਾਰਾਂ ਦੇ ਲੇਖਾਂ ਤੇ ਰਸਾਲਿਆਂ ਦੀ ਕਲਿੱਪਿੰਗ ਨੂੰ ਇਕੱਠਾ ਕਰਨ ਲਈ ਕਹਿੰਦਾ ਹੈ ਅਤੇ ਇਸ ਤੋਂ ਬਾਅਦ ਉਹ ਇੱਕ ਚਰਚਾ ਦਾ ਆਯੋਜਨ ਕਰਦਾ ਹੈ ਜਿੱਥੇ ਵਿਦਿਆਰਥੀ ਉਹਨਾਂ ਦੇ ਵਿਚਾਰ ਇਕੱਤਰ ਕੀਤੀ ਵਿਸ਼ੇ ਦੀ ਜਾਣਕਾਰੀ ਦੇ ਆਧਾਰ ਤੇ ਰੱਖਦੇ ਹਨ। ਅਧਿਆਪਕ ਕਲਾਸ ਵਿੱਚ ਕਿਹੜੀ ਸਿੱਖਿਆ ਸ਼ਾਸਤਰੀ ਰਣਨੀਤੀ ਵਰਤ ਰਿਹਾ ਹੈ? which pedagogical strategy is teacher using in the class? ਆਪਸ਼ਨ ਹਨ ਪੁੱਛਗਿੱਛ ਵਿਧੀ ਇਨਕੁਆਰੀ ਮੈਥਡ, ਕੇਸ ਅਧਿਐਨ ਵਿਧੀ ਕੇਸ ਸਟੱਡੀ ਮੈਥਡ, ਰੋਲ ਪਲੇ ਵਿਧੀ ਰੋਲ ਪਲੇ ਮੈਥਡ ਜਾਂ ਬਿਰਤਾਂਤ ਵਿਧੀ ਨਰੇਟਿਵ ਮੈਥਡ। ਦੇਖੋ ਇੱਥੇ ਜਿਹੜਾ ਸਮਾਜਿਕ ਵਿਗਿਆਨ ਦਾ ਅਧਿਆਪਕ ਹੈ ਉਹ ਪਹਿਲਾਂ ਉਹਨਾਂ ਨੂੰ ਇੱਕ ਪ੍ਰੋਬਲਮ ਦੱਸਦਾ ਹੈ ਤੇ ਉਸ ਤੋਂ ਬਾਅਦ ਉਹਦਾ ਡਾਟਾ ਇਕੱਠਾ ਕਰਨ ਨੂੰ ਕਹਿੰਦਾ ਹੈ ਤੇ ਉਸ ਤੋਂ ਬਾਅਦ ਉਹ ਐਨਾਲਿਸਿਸ ਕਰਦਾ ਹੈ ਜਾਂ ਕਲਾਸ ਦੇ ਵਿੱਚ ਚਰਚਾ ਕਰਦਾ ਹੈ ਤੇ ਲਾਸਟ ਤੇ ਕਨਕਲੂਜਨ ਨਿਕਲੇਗਾ। ਇਸ ਤਰ੍ਹਾਂ ਦੀ ਜਿਹੜੀ ਇੱਕ ਵਿਧੀ ਹੈ ਇਹਨੂੰ ਆਪਾਂ ਕਹਿੰਦੇ ਆ ਇਨਕੁਆਰੀ ਮੈਥਡ ਜਾਂ ਪੁੱਛਗਿੱਛ ਵਿਧੀ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਪਹਿਲਾ ਆਪਸ਼ਨ ਇਨਕੁਆਰੀ ਮੈਥਡ। ਅਗਲਾ ਪ੍ਰਸ਼ਨ ਹੈ ਜੀ, ਨੈਸ਼ਨਲ ਫੋਕਸ ਗਰੁੱਪ ਔਨ ਟੀਚਿੰਗ ਸੋਸ਼ਲ ਸਾਇੰਸ ਦੇ ਅਨੁਸਾਰ ਹੇਠ ਦਿੱਤੇ ਵਿੱਚੋਂ ਕਿਹੜੇ ਕਾਰਨਾਂ ਨੂੰ ਸਮਾਜਿਕ ਵਿਗਿਆਨ ਦੀ ਸਿੱਖਿਆ ਵਿੱਚ ਪ੍ਰਮੁੱਖ ਚੁਣੌਤੀਆਂ ਮੰਨਿਆ ਗਿਆ ਹੈ ਜਾਂ ਮੰਨਿਆ ਗਿਆ ਹੈ? A B C D E ਇਹ 5 ਸਾਨੂੰ ਪ੍ਰਮੁੱਖ ਚੁਣੌਤੀਆਂ ਨੇ। ਇਹਨਾਂ ਚੋਂ ਆਪਾਂ ਦੱਸਣੀਆਂ ਕਿਹੜੀਆਂ ਸਹੀ ਨੇ ਨੈਸ਼ਨਲ ਫੋਕਸ ਗਰੁੱਪ ਔਨ ਟੀਚਿੰਗ ਸੋਸ਼ਲ ਸਾਇੰਸ ਦੇ ਅਨੁਸਾਰ। ਪਹਿਲਾ ਹੈ ਜੀ ਇਸ ਨੂੰ ਗੈਰ ਉਪਯੋਗੀ ਵਿਸ਼ਾ ਮੰਨਿਆ ਜਾਂਦਾ ਹੈ, ਇਹ ਸਿਰਫ ਜਾਣਕਾਰੀ ਪ੍ਰਸਾਰਿਤ ਕਰਦਾ ਹੈ। ਤੀਸਰਾ ਹੈ ਜੀ ਜਾਣਕਾਰੀ ਓਵਰਲੋਡ ਹੈ। ਚੌਥਾ ਹੈ ਗਣਿਤ ਬੇਲੋੜਾ ਏਕੀਕ੍ਰਿਤ ਹੈ। ਪੰਜਵਾਂ ਹੈ ਮੁੱਖ ਤੌਰ ਤੇ ਯੂਰਪੀਅਨ ਦ੍ਰਿਸ਼ਟੀਕੋਣ ਤੋਂ ਬਣਿਆ ਹੋਇਆ ਹੈ। ਇਹ ਜਿਹੜਾ A B ਤੇ C ਨੇ ਯਾਨੀ ਕਿ ਇਸ ਨੂੰ ਗੈਰ ਉਪਯੋਗੀ ਵਿਸ਼ਾ ਮੰਨਿਆ ਜਾਂਦਾ ਹੈ, ਇਹ ਸਿਰਫ ਜਾਣਕਾਰੀ ਪ੍ਰਸਾਰਿਤ ਕਰਦਾ ਹੈ, ਜਾਣਕਾਰੀ ਓਵਰਲੋਡ ਹੈ। ਇਹ ਤਿੰਨੇ ਨੈਸ਼ਨਲ ਫੋਕਸ ਗਰੁੱਪ ਔਨ ਟੀਚਿੰਗ ਸੋਸ਼ਲ ਸਾਇੰਸ ਨੇ ਕਿਹਾ ਸੀ ਕਿ A B ਅਤੇ C ਇਹ 3 ਮੇਜਰ ਚੈਲੰਜ ਨੇ ਸੋਸ਼ਲ ਸਾਇੰਸ ਦੀ ਐਜੂਕੇਸ਼ਨ ਦੇ ਲਈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਪਹਿਲਾ ਆਪਸ਼ਨ A B ਅਤੇ C। ਅਗਲਾ ਪ੍ਰਸ਼ਨ ਹੈ ਜੀ, ਇਤਿਹਾਸ ਦੀ ਕਲਾਸ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਗਤੀਵਿਧੀਆਂ ਵਿੱਚ ਆਲੋਚਨਾਤਮਕ ਸੋਚ ਯਾਨੀ ਕਿ ਕ੍ਰਿਟੀਕਲ ਥਿੰਕਿੰਗ ਸਕਿੱਲ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੈ? ਸਾਡੇ ਕੋਲ ਹੇਠ ਲਿਖੀਆਂ ਗਤੀਵਿਧੀਆਂ ਹਨ A B C D ਤੇ E ਦੇ ਵਿੱਚ ਨੇ। A ਗਤੀਵਿਧੀ ਹੈ ਸਰੋਤ ਦੀ ਵਿਆਖਿਆ ਇੰਟਰਪ੍ਰੀਟੇਟਿੰਗ ਸੋਰਸਸ, B ਹੈ ਲਿਸਨਿੰਗ ਆਫ ਲੈਕਚਰ ਸੁਣਨਾ, C ਹੈ ਸੀਕੁਐਂਸਿੰਗ ਇਵੈਂਟਸ ਕਰਮਵਾਰ ਘਟਨਾਵਾਂ, D ਹੈ ਆਸਕਿੰਗ ਰਿਕਾਲ ਕੁਐਸਚਨ ਯਾਦ ਕਰਨ ਦੇ ਸਵਾਲ ਪੁੱਛਣਾ ਤੇ E ਹੈ ਡਿਫਰੈਂਸ਼ੀਏਟਿੰਗ ਫੈਕਟਸ ਫਰੋਮ ਓਪੀਨੀਅਨ ਰਾਏ ਤੋਂ ਤੱਥਾਂ ਨੂੰ ਵੱਖਰਾ ਕਰਨ। ਲੈਕਚਰ ਸੁਣਨਾ ਅਤੇ ਯਾਦ ਕਰਨ ਦੇ ਸਵਾਲ ਪੁੱਛਣ ਤੋਂ ਇਲਾਵਾ B ਅਤੇ D ਨੂੰ ਛੱਡ ਕੇ ਬਾਕੀ ਤਿੰਨੇ ਜਿਹੜੀਆਂ ਗਤੀਵਿਧੀਆਂ ਨੇ ਇਹਨਾਂ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਦੀ ਸਕਿੱਲ ਜਿਹੜੀ ਹੈ ਉਹ ਪ੍ਰਮੋਟ ਹੁੰਦੀ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ A C ਐਂਡ E। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਕਲਾਸਰੂਮ ਦੇ ਅੰਦਰ ਵੱਖ-ਵੱਖ ਅਸਮਾਨਤਾਵਾਂ ਬਾਰੇ ਚਰਚਾ ਕਰਦੇ ਹੋਏ ਤੁਸੀਂ ਮੁੱਖ ਤੌਰ ਤੇ ਹੇਠਾਂ ਦਿੱਤੇ ਬਿੰਦੂਆਂ ਵਿੱਚੋਂ ਕਿਸ ਤੇ ਧਿਆਨ ਕੇਂਦਰਿਤ ਕਰੋਗੇ? A B C D ਸਾਨੂੰ 4 ਬਿੰਦੂ ਦਿੱਤੇ ਨੇ। A ਬਿੰਦੂ ਹੈ ਜੀ ਵਿਦਿਆਰਥੀ ਨੂੰ ਇਹ ਸਮਝਾਓ ਕਿ ਅਸਮਾਨਤਾਵਾਂ ਸਮਾਜਿਕ ਰੂਪ ਵਿੱਚ ਹੁੰਦੀਆਂ ਹਨ। B ਬਿੰਦੂ ਹੈ ਵੱਖ-ਵੱਖ ਅੰਦੋਲਨਾਂ ਨੂੰ ਸੂਚੀਬੱਧ ਕਰੋ ਜੋ ਅਸਮਾਨਤਾਵਾਂ ਤੇ ਸਵਾਲ ਕਰਨ ਲਈ ਹੋਈਆਂ ਹਨ। C ਬਿੰਦੂ ਹੈ ਇਸ ਗੱਲ ਤੇ ਜ਼ੋਰ ਦਿਓ ਕਿ ਲੋਕਤਾਂਤਰਿਕ ਸਮਾਜ ਵਿੱਚ ਹਰ ਕੋਈ ਕਿਵੇਂ ਬਰਾਬਰ ਹੈ ਤੇ D ਬਿੰਦੂ ਹੈ ਵੱਖ-ਵੱਖ ਅਸਮਾਨਤਾਵਾਂ ਤੇ ਵਿਦਿਆਰਥੀਆਂ ਨੂੰ ਭਾਸ਼ਣ ਦੇਣਾ। ਦੇਖੋ ਇਹਦੇ ਵਿੱਚ ਜਿਹੜਾ ਹੈ ਕਿ ਵੱਖ-ਵੱਖ ਅੰਦੋਲਨਾਂ ਨੂੰ ਸੂਚੀਬੱਧ ਕਰੋ ਜੋ ਅਸਮਾਨਤਾਵਾਂ ਤੇ ਸਵਾਲ ਕਰਨ ਲਈ ਹੋਈਆਂ ਤੇ ਵੱਖ-ਵੱਖ ਅਸਮਾਨਤਾਵਾਂ ਤੇ ਵਿਦਿਆਰਥੀਆਂ ਨੂੰ ਭਾਸ਼ਣ ਦੇਣਾ, ਇਹ ਦੋਨੋਂ ਚਾਈਲਡ ਸੈਂਟਰਡ ਮੈਥਡ ਨਹੀਂ ਨੇ। ਅਸੀਂ ਚਾਈਲਡ ਸੈਂਟਰਡ ਮੈਥਡ ਦੇ ਵਿੱਚ ਵਿਦਿਆਰਥੀ ਨੂੰ ਇਹ ਸਮਝਾਉਣਾ ਕਿ ਅਸਮਾਨਤਾਵਾਂ ਸਮਾਜਿਕ ਰੂਪ ਵਿੱਚ ਹੁੰਦੀਆਂ ਨੇ ਤੇ ਇਸ ਗੱਲ ਤੇ ਜ਼ੋਰ ਦੇਣਾ ਕਿ ਲੋਕਤਾਂਤਰਿਕ ਸਮਾਜ ਵਿੱਚ ਹਰ ਕੋਈ ਕਿਵੇਂ ਬਰਾਬਰ ਹੈ। A ਅਤੇ C ਇਹ ਦੋਨੋਂ ਬਿੰਦੂ ਜਿਹੜੇ ਨੇ ਇਹਨਾਂ ਉੱਪਰ ਆਪਾਂ ਉਹਦਾ ਧਿਆਨ ਕੇਂਦਰਿਤ ਕਰਨਾ ਹੈ। ਪਹਿਲਾ ਆਪਸ਼ਨ ਬਿਲਕੁਲ
ਸਹੀ ਹੈ ਜੀ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ, ਹੇਠ ਦਿੱਤੇ ਪਹਿਲੂਆਂ ਵਿੱਚੋਂ ਕਿਹੜੇ ਪਹਿਲੂਆਂ ਨੂੰ ਵਿਕਾਸ ਪ੍ਰਕਿਰਿਆ ਨੂੰ ਤਿਆਰ ਕਰਨ ਲਈ ਬੱਚਿਆਂ ਦੇ ਮੁਫਤ ਅਤੇ ਲਾਜ਼ਮੀ ਸਿੱਖਿਆ ਐਕਟ 2009 ਦੇ ਅਧਿਕਾਰ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ। ਬੱਚਿਆਂ ਦੇ ਮੁਫਤ ਅਤੇ ਲਾਜ਼ਮੀ ਸਿੱਖਿਆ ਐਕਟ 2009 ਦੇ ਵਿੱਚ ਚੈਪਟਰ 5 ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ। ਇਹ ਜਿਹੜੇ ਕਾਲਮ ਮੈਂ ਰੈਡ ਕੀਤੇ ਗਏ ਨੇ, ਆਲ ਡਿਵੈਲਪਮੈਂਟ ਆਫ ਦਾ ਚਾਈਲਡ, ਇਹ ਵੀ ਲਿਖਿਆ ਹੈ ਜੀ। Learning through activity, discovery and exploration in the child-friendly and child-centered manner, making the child free of fear, trauma and anxiety and helping the child to express views freely। ਇਹਦੇ ਵਿੱਚ ਕਿਤੇ ਵੀ ਆ ਜਿਹੜਾ ਸਾਨੂੰ ਪਹਿਲਾ ਆਪਸ਼ਨ ਦਿੱਤਾ ਹੋਇਆ ਸੀ ਪ੍ਰੋਵਾਈਡ ਐਵੀਡੈਂਸ ਬੇਸਡ ਫੀਡਬੈਕ, ਇਹ ਕਿਤੇ ਵੀ ਇਹ ਵਾਲਾ ਪਹਿਲੂ ਕਿਤੇ ਵੀ ਨਹੀਂ ਲਿਖਿਆ ਹੋਇਆ। ਇਹਦਾ ਮਤਲਬ ਕਿ ਸਾਡੇ ਕੋਲ B, C ਤੇ D ਇਹ ਤਿੰਨੇ ਆਪਸ਼ਨ ਸਹੀ ਨੇ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਤੀਸਰਾ ਆਪਸ਼ਨ। ਇਸ ਐਕਟ ਦੀ ਜਿਹੜੀ ਕਟਿੰਗ ਹੈ ਮੈਂ ਤੁਹਾਡੇ ਸਾਹਮਣੇ ਲਿਖੀ ਹੋਈ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ। ਇਸ ਦੇ ਨਾਲ ਹੀ ਅੱਜ ਦੀ ਇਹ ਵੀਡੀਓ ਸਮਾਪਤ ਹੁੰਦੀ ਹੈ। ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਜਲਦੀ ਹੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਤਦ ਤੱਕ ਦੇ ਲਈ ਤੁਸੀਂ ਮੇਰੇ ਚੈਨਲ ਤੇ ਜਿਹੜੀਆਂ ਪਹਿਲੀਆਂ ਵੀਡੀਓ ਨੇ ਉਹਨਾਂ ਨੂੰ ਦੇਖ ਲਓ, ਤੁਹਾਨੂੰ ਬਹੁਤ ਸਾਰੇ ਟੌਪਿਕ ਕਲੀਅਰ ਹੋ ਜਾਣਗੇ। ਮੈਂ ਜਲਦੀ ਹੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗਾ। ਤਦ ਤੱਕ ਦੇ ਲਈ ਆਲ ਦੀ ਬੈਸਟ। ਥੈਂਕ ਯੂ ਫਾਰ ਵਾਚਿੰਗ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਆਲ ਦੀ ਬੈਸਟ।